ਤੇ ਟੈਸਟ ਤੁਹਾਡਾ ਵੀ ਹੈਗਾ ਯੁਵਰਾਜ ਜੀ ਸੰਡੇ ਨੂੰ ਆ? ਹਾਂਜੀ ਸਰ, ਹਾਂਜੀ ਹੁਣ ਠੀਕ ਹੈ ਸਰ। ਬਾਕੀ ਹੁਣ ਮਾਈਕ ਮਿਊਟ ਕਰ ਲਓ ਆਪਣੇ। A disk of mass 10 gram is kept floating horizontally by throwing 10 marble per second against it from below. ਆਪਾਂ ਸਿਰਫ ਇੰਨੀ ਵਰਡ ਨੂੰ ਲੈ ਕੇ ਚੱਲੀਏ ਬੇਟਾ। ਤੁਹਾਨੂੰ ਆਪਣੇ ਕੁਐਸਚਨਸ ਕੀ ਡਿਫਾਈਨ ਕੀਤਾ ਵਾ ਕਿ ਤੁਹਾਡੇ ਕੋਲ ਇੱਕ ਕੋਈ ਡਿਸਕ ਹੈਗੀ ਆ, ਠੀਕ ਹੈ, 10 ਗ੍ਰਾਮ ਦੀ ਡਿਸਕ ਹੈਗੀ ਆ, 에ਅਰ ਦੇ ਵਿੱਚ ਐਸ ਸੱਚ ਹੈਂਗ ਕਰਦੀ ਪਈ ਹੈ। ਉਹਨੇ ਕਿਹਾ ਜੀ ਸਸਪੈਂਡਡ, ਉਹਨੇ ਮੈਨੂੰ ਕਿਹਾ ਫਲੋਟਿੰਗ ਹੌਰੀਜ਼ੌਂਟਲੀ, ਯਾਨੀ 에ਅਰ ਦੇ ਵਿੱਚ ਡਿਸਕ ਮੇਰੇ ਕੋਲ ਜਿਹੜੀ ਐਸ ਸੱਚ ਫਲੋਟ ਕਰਦੀ ਪਈ ਆ, ਹਵਾ 'ਚ ਰੁਕੀ ਹੋਈ ਆ। ਔਰ ਇਹਨੂੰ ਰੋਕਣ ਵਾਸਤੇ ਇਹਦਾ ਉਹਨੇ ਆਪਣੇ ਕੋਲ ਜੋ ਕੰਡੀਸ਼ਨ ਕਹੀ ਹੈ ਤਾਂ 10 ਗ੍ਰਾਮ ਮਾਸ ਆ, ਇਹਦੇ ਨਾਲ weight ਹੋਏਗਾ, weight is acting in downward। ਜੇ ਇਹ ਅਨਬੈਲੈਂਸ ਫੋਰਸ ਇਹਦੇ ਤੇ ਲੱਗਦੀ ਤੇ ਇਹਨੇ ਡਾਊਨ ਜਾਣਾ ਸੀ, ਪਰ ਜੇ ਇਹ ਫਲੋਟ ਕਰਦੀ ਪਈ ਆ ਤੇ ਸਮ ਫੋਰਸ ਮਸਟ ਬੀ ਐਕਟਿੰਗ ਇਨ ਅਪਵਰਡ ਡਾਇਰੈਕਸ਼ਨ। ਇਹਦੇ ਨਾਲ ਜਿਹੜੀ ਅਪਵਰਡ ਫੋਰਸ ਲਗਾਈ ਆ ਉਹਦੇ ਲਈ ਉਹਨੇ ਕੁਐਸਚਨ ਕਿਹਾ ਕਿ 10 ਮਾਰਬਲ ਬਾਲਸ ਪਰ ਸੈਕਿੰਡ ਇਹਦੇ ਤੇ ਹਿੱਟ ਕਰ ਰਹੀਆਂ ਬੇਟਾ। ਤੇ ਮਤਲਬ ਮਾਰਬਲ ਬਾਲ ਜਿੰਨਾ ਫੋਰਸ ਅਪਵਰਡ ਲਗਾਣਗੀਆਂ ਤੇ weight ਜਿੰਨਾ ਡਾਊਨਵਰਡ ਹੋਏਗਾ, ਇਫ ਦੇ ਆਰ ਬੈਲੈਂਸ ਈਚ ਅਦਰ, है ना, जे दोनों फोर्सेस एक दूसरे ਨੂੰ बैलेंस करदियां होणगीਆਂ then the disk will float in air। क्या ਇੰਨੀ ਗੱਲ ਸਮਝ ਆਈ? yes sir। ਚਲ ਹੁਣ ਉਹਨੇ ਕੁਐਸਚਨ ਆਪਣੇ ਕੋਲ ਇਹਦੇ ਲਈ ਇੱਕ ਕੰਡੀਸ਼ਨ ਕੀ ਕਹੀ ਆ, ਇਫ ਮਾਸ ਆਫ ਈਚ ਮਾਰਬਲ 5 ਗ੍ਰਾਮ, ਜਿਹੜੇ ਮਾਰਬਲ ਉੱਪਰ ਫੋਰਸ ਲਗਾ ਰਿਹਾ ਉਹਦਾ ਈਚ ਮਾਰਬਲ ਦਾ ਮਾਸ 5 ਗ੍ਰਾਮ ਆ। ਉਹਨੇ ਕਿਹਾ ਕੈਲਕੂਲੇਟ ਦਾ ਵੈਲੋਸਿਟੀ ਵਿਦ ਵਿਚ ਦਾ ਮਾਰਬਲ ਆਰ ਸਟ੍ਰਾਈਕਿੰਗ ਦਾ ਡਿਸਕ। ਇਹਦੀ ਤੁਸੀਂ ਪੁੱਤ ਵੈਲੋਸਿਟੀ ਆਫ ਮਾਰਬਲ ਕੱਢਣੀ ਆ, ਯਾਨੀ ਜਿਹੜੇ ਬਾਲਸ ਸਟ੍ਰਾਈਕ ਕਰਦੀਆਂ ਪਈਆਂ ਉੱਪਰ ਉਹਦੇ ਤੇ ਉਹਦੀ ਵੈਲੋਸਿਟੀ ਕਿੰਨੀ ਆ। ਔਰ ਲਾਸਟ ਕੰਡੀਸ਼ਨ ਇੰਪੋਰਟੈਂਟ ਆ, ਅਸਿਊਮ ਦੈਟ each marble strike the disc normally and rebound downward with the same speed। ठीक है, ਉਹਨੇ ਕਿਹਾ ਜੀ ਐਸ ਸੱਚ ਮਾਰਬਲ ਬਾਲ ਉਹਨੂੰ ਵੱਜ ਕੇ ਸੇਮ ਸਪੀਡ ਨਾਲ ਰਿਬਾਊਂਡ ਕਰਦੀ ਆ। ਤੇ ਪੁੱਤ ਜੇ ਮੈਂ ਇਸ ਕੁਐਸਚਨ ਨੂੰ ਹੁਣ ਅਟੈਂਪਟ ਕਰਨਾ ਕਿਹੜੇ ਵੇ ਨਾਲ ਕਰੀਏ ਉਹ ਤੁਸੀਂ ਡਿਫਾਈਨ ਕਰੋ। ਜਿਹੜਾ ਮਰਜੀ ਬੋਲੋ ਕਿ ਜਿਹਦੇ ਜੋ ਦਿਮਾਗ ਚ ਆ ਰਿਹਾ ਹੋਵੇ ਕਿ ਵੀ ਆਪਾਂ ਅਟੈਂਪਟ ਕਿੱਦਾਂ ਲਵਾਂਗੇ ਇਹਦੀ। ਅਨਿਸ਼ਾ, ਅਨਿਸ਼ਾ, अनिशा जी आवाज आ रही तो बोलो बच्चे। अंकिता, यस सर। कितना करेंगे वो तो न्यूमेरिकल? तो पहले हम वेट ऑफ डिस्क निकालेंगे, जैसे मास इनटू ग्रेविटी, मतलब जो हमें ग्रेविटेशन कांस्टेंट दिया है उसको इक्वल कर देंगे हम नंबर ऑफ बॉल्स इनटू उसमें इनटू कर देंगे वेलोसिटी के साथ, आई थिंक। ओके चल। अंकिता, अंकिता कितना करेंगे बच्चे? आस्था, आस्था कितना करेंगे न्यूमेरिकल? कोई और बोलो। अर्शदीप सर। हाँ बच्चे। सर वेट ऑफ डिस्क हो जाएगा इक्वल टू जो फोर्स है डिस्क पे। वेट ऑफ डिस्क सर उन दोनों का मिलाया उन्होंने इक्वेट कितना करा? सर उन दोनों को फिर चेंज इन मोमेंटम अपॉन टाइम से। चेंज इन मोमेंटम अपॉन टाइम ना इक्वेट क्यों करा? सर वेलोसिटी उसकी फिर बिल्कुल यही करना जो तू कह रही है, बिल्कुल डिटो वर्ड्स यही करना। पर मैं गल सिर्फ कर रहा कि भी आप फोर्स नु चेंज इन मोमेंटम बाय टाइम ना इक्वेट क्यों करांगे? फोर्स दा फोर्स ना इक्वेट नहीं हुंदी। समीक्षा फोर्स फोर्स नाल इक्वेट नहीं। सर वो नीचे से लग रही है इसलिए फिर चेंज इन उसमें मोमेंटम भी चेंज होगा ना। हाँ वो तो जे थोड़ा जा एक चीज होर ऐड कर ला तो फिर तेरे क्वेश्चन की एक्सप्लेनेशन बिल्कुल सही आ। फोर्स फोर्स नाल ही इक्वेट हुई है। जे मैं चेंज इन मोमेंटम बाय टाइम नु सोचा तो वो भी तो फोर्स ही आ। जे इस क्वेश्चन अटेम्प्ट करना ते आ चीज नु दिमाग च लेके आवो। उन्हें अपने क्वेश्चन जा क्या कि भी आ डिस्क ਤੁਹਾਡੇ ਕੋਲ ਜਿਹੜੀ ਹੈਗੀ ਆ
ਇਹਦਾ ਪੁੱਤ ਮਾਸ ਦੱਸ ਦਿੱਤਾ ਉਹਨੇ 10 ਗ੍ਰਾਮ ਆ, ठीक है, ਤੇ ਇਹਦਾ weight downward lie ਕਰੇਗਾ which is to be given by mg, ठीक है। ਜੇ ਮੈਂ ਇਹਦੇ ਉੱਤੇ ਐਸਾ ਜੇ ਤੋਂ ਥੱਲਿਓ ਮਾਰਬਲ ਬਾਲਸ ਜਿਹੜੀਆਂ ਨੇ ਉਹ ਇਹਦੇ ਤੇ ਹਿੱਟ ਕਰਾਣਾ ਪਿਆ, ठीक है, ਤੇ ਇਹਦਾ ਮਤਲਬ ਮਾਰਬਲ ਬਾਲਸ ਵੀ ਤਾਂ ਇਹਦੇ ਤੇ ਫੋਰਸ ਲਗਾਣਗੀਆਂ। ਇਨੀ ਗੱਲ ਸਮਝ ਆ Yes, sir. ਸਾਰਿਆਂ ਨੂੰ? ਉਹ ਤੇ ਇੰਨਾ ਸਮਝ ਲੱਗਦਾ ਪਿਆ ਸਾਰਿਆਂ ਨੂੰ? Yes, sir. Yes, sir. जितना बच्चे वेट डाउनवर्ड होएगा ਇਹਦਾ ਮਤਲਬ ਉਨੀ ਹੀ ਫੋਰਸ ਮਾਰਬਲ ਬਾਲਸ ਨੇ ਅਪਵਰਡ ਲਗਾਣੀ ਆ। ਇਹਦਾ ਮਤਲਬ ਜੇ ਕੰਡੀਸ਼ਨ ਲਿਖਾ ਤੇ ਆਪਣੇ ਅਕੋਰਡਿੰਗ ਟੂ ਕੁਐਸਚਨ ਜਿਹੜੀ ਕੰਡੀਸ਼ਨ ਬਣਦੀ ਪਈ ਆ, ਕਹਿੰਦਾ ਜੀ ਫੋਰਸ ਡਿਊ ਟੂ ਡਿਸਕ ਹਨਾ ਤੇ ਫੋਰਸ ਡਿਊ ਟੂ ਮਾਰਬਲ ਬਾਲਸ ਇਹ ਆਪਸ ਇਕੁਅਲ ਹੋਣੀ ਚਾਹੀਦੀ ਹੈ। ਹੁਣ ਇੱਥੇ ਜਿਹੜੀ ਫੋਰਸ ਡਿਊ ਟੂ ਡਿਸਕ ਆ ਇਹ ਤਾਂ weight ਤੋਂ ਬਣ ਗਈ, ਇਹਦਾ ਮਤਲਬ ਆਹ ਸਾਈਡ ਨੂੰ ਮੈਂ ਲਿਖਾਂ ਤੇ ਇਹ ਫੋਰਸ ਮੇਰੀ weight ਤੋਂ ਬਣ ਗਈ which is given by mg। ਤੇ ਜਿਹੜੀ ਮਾਰਬਲ ਬਾਲ ਦੀ ਫੋਰਸ ਹੈਗੀ ਆ, ਮਾਰਬਲ ਬਾਲ ਦੀ ਜਿਹੜੀ ਫੋਰਸ ਹੈਗੀ ਉਹਦੇ ਲਈ ਮੈਨੂੰ ਨੇ ਇਹ ਦੱਸਿਆ ਕਿ ਵੀ ਬਾਲ ਇਹਨੂੰ ਜਾ ਜਾ ਕੇ ਹਿੱਟ ਕਰਦੀਆਂ ਪਈਆਂ ਔਰ ਬਾਲ ਰਿਬਾਊਂਡ ਕਰਦੀਆਂ ਪਈਆਂ। ਤੇ ਪੁੱਤ ਮੈਨੂੰ ਇਹ ਪਤਾ ਫੋਰਸ ਨੇ ਐਸਐਚ ਜੇ ਆ ਮਾਰਬਲ ਬਾਲ ਨੇ ਫੋਰਸ ਲਗਾਈ ਆ ਤੇ ਫੋਰਸ ਸ਼ੁੱਡ ਇਕੁਅਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ। ਯਾਨੀ ਜੇ ਮੈਂ fm ਦੀ ਥਾਂ ਤੇ ਲਿਖਣਾ ਹੋਵੇ ਫੋਰਸ ਡਿਊ ਟੂ ਮਾਰਬਲ ਬਾਲ ਜਿਹੜੀ ਆ ਤੇ ਵੀ ਕੈਨ ਰਾਈਟ ਇਟ ਇਜ਼ ਇਕੁਅਲ ਟੂ dp by dt। और क्वेश्चन च उन्हें टाइम इंटरवल जेड़ा सीगा टाइम इंटरवल अपने को दिता सी पर सेकंड, यानी dt दी वैल्यू क्वेश्चन च उन्हें 1 सेकंड गई है, यानी अपने न्यूमेरिकल दे अकॉर्डिंगली अपने न्यूमेरिकल दे अंदर dt जेड़ा टाइम इंटरवल है 1 सेकंड है, ठीक है। ਇਹਦਾ मतलब अपने को कंडीशन ये बन गई कि mg शुड बी इक्वल टू चेंज इन मोमेंटम। हुन इथे एक चीज समझण वाली है, चेंज इन मोमेंटम ਜਦੋਂ ਮੈਂ ਕੱਢਣਾ ਉਹਨੇ ਇਹ ਕਿਹਾ ਕਿ ਜੇ v ਵੈਲੋਸਿਟੀ ਨਾਲ ਬਾਲ ਇਹਨੂੰ ਹਿੱਟ ਕਰਦੀ ਆ ਤੇ ਬੇਟਾ v ਵੈਲੋਸਿਟੀ ਨਾਲ ਹੀ ਇਹ ਬਾਲ ਰਿਬਾਊਂਡ ਵੀ ਕਰ ਗਈ, ਠੀਕ ਹੈ। v ਵੈਲੋਸਿਟੀ ਨਾਲ ਬਾਲ ਹਿੱਟ ਕੀਤੀ ਤੇ v ਵੈਲੋਸਿਟੀ ਨਾਲ ਬਾਲ ਰਿਬਾਊਂਡ ਕਰ ਗਈ। ਵਾਟਸ ਦਾ ਚੇਂਜ ਇਨ ਵੈਲੋਸਿਟੀ? ਜੇ 10 ਮੀਟਰ ਪਰ डायरेक्शन ਬਾਲ ਗਈ ਆ ਤੇ 10 ਮੀਟਰ ਪਰ ਸੈਕਿੰਡ ਨਾਲ ਵਾਪਸ ਮੁੜੀ ਆ ਤੇ ਚੇਂਜ ਇਨ ਵੈਲੋਸਿਟੀ ਕਿੰਨੀ ਹੋਏਗੀ? 2v 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 ਚੇਂਜ ਇਨ ਵੈਲੋਸਿਟੀ ਡਬਲ ਹੋ ਜਾਓ। Yes, sir. ਜੇ ਮੈਂ ਇੱਥੇ ਫਿਰ dp ਨੂੰ ਲਿਖਣਾ ਨਾ ਤੇ ਆਪਾਂ dp ਲਈ ਆ ਲਿਖਦੇ ਪਏ ਆਪਣੇ ਕੋਲ ਜਿਹੜਾ ਮੋਮੈਂਟਮ ਬਣਾਇਆ ਉਹ n ਬਾਲਸ ਨੇ ਬਣਾਇਆ। ਆਪਣਾ ਕੁਐਸਚਨ ਚ n 10 ਗਿਵਨ ਆ, 10 ਮਾਰਬਲ ਬਾਲ ਪਰ ਸੈਕਿੰਡ ਜਾ ਰਹੀਆਂ। ਇਹਦਾ ਮਤਲਬ ਜਦੋਂ ਮੈਂ ਚੇਂਜ ਇਨ ਮੋਮੈਂਟਮ ਨੂੰ ਲਿਖਣਾ ਤੇ n m into ਇੱਥੇ ਟਰਮ ਮੇਨ ਆ, ਇੱਥੇ ਜਿਹੜੇ ਮੇਰੇ ਕੋਲ ਚੇਂਜ ਇਨ ਮੋਮੈਂਟਮ ਕਰਕੇ ਵੈਲੋਸਿਟੀ ਦੀ ਚੇਂਜ ਆਣੀ, ਠੀਕ ਹੈ। ਯਾਨੀ ਇੱਥੇ ਟਰਮ ਮੇਰੀ 2v ਹੈ। ਜੇ क्वेश्चन च ये लाइन ना होवे सेंटेंस ना होवे कि बॉल रिबाउंड कीती फिर अपना चेंज इन मोमेंटम चला mv सीगा, फिर ਆਪਾਂ ਕਿਤੇ ਨਹੀਂ ਕਹਿ ਰਹੇ ਬॉल ਵੱਜ ਕੇ ਤੇ ਵਾਪਸ ਆਈ ਹੈ, ਫਿਰ ਆਪਣੇ ਲਈ ਬॉल ਸਿਰਫ ਇਹਨੂੰ ਹਿੱਟ ਹੀ ਕੀਤੀ ਹੈ, ਠੀਕ ਹੈ। ਤਾਂ ਉਸ ਕੇਸ 'ਚ ਫਿਰ ਚੇਂਜ ਇਨ ਮੋਮੈਂਟਮ n ਟਾਈਮ mv ਬਣਨਾ। ਪਰ ਇਸ ਕੇਸ 'ਚ ਬॉल ਰਿਬਾਊਂਡ ਕੀਤੀ ਵਿਦ ਦ ਸੇਮ ਵੈਲੋਸਿਟੀ, ਇਸ ਲਈ v u ਜਿਹੜਾ ਸੀਗਾ, ਠੀਕ ਹੈ, v u ਜਿਹੜਾ u ਇਹਨੂੰ ਸਟ੍ਰਾਈਕ ਕਰਨ ਦੀ ਵੈਲੋਸਿਟੀ ਹੈ ਤੇ v ਇਹ ਤੋਂ ਵਾਪਸ ਮੁੜਨ ਦੀ ਵੈਲੋਸਿਟੀ ਹੈ। वो दोनों सेम आ पर डायरेक्शन ओपोजिट करके इन्हें माइनस हो जाना, ठीक है। यानी v अपना माइनस जाना, u भी अपना माइनस दे विच ते फिर माइनस माइनस इन्हें प्लस करा दिंदा। इसलिए इस केस दे अंदर आ वैल्यू मेरी 2b बनी है, ठीक है। ते इन्हों जे इक्वेट करके चलिए एक वेरिएबल चेंज कर रहे हैं, एक मास ऑफ डिस्क आ ते एक मास ऑफ मार्बल बॉल आ, उन्होंने m डैश कर देने ते उन्हें आ मैनू v पूछा कितना आ जाएगा ते तो v कर दियो, v दी वैल्यू अपनी आ जानी है mg over n m dash into 2। यानी आ फार्मूला होएगा जिना तुसी वेलोसिटी ऑफ द बॉल मार्बल बॉल जड़ी को कैलकुलेट करोगे। क्या ये क्वेश्चन क्लियर है, समझ आया? Yes, sir. Yes, sir. सारे नु क्लियर है बच्चे? Yes, sir. चलो हुन क्वेश्चन दी स्टेटमेंट पढ़ो जेड़ा लिखाया सी। सर हां जी बेटा। सर उसमें -2v भी तो हो सकता था ना? हाँ बिल्कुल, उते माइनस सिर्फ मैं आगे भी तुहानू कई बारी गल दसी आ, माइनस डायरेक्शन इंडिकेटिव आ। माइनस मैनू सिर्फ डायरेक्शन इंडिकेट करेगा। तुसी जदों वैल्यू कड्डी आ, जदों आप इत्थे वैल्यू कैलकुलेट कीती b u, तुसी अपवर्ड वेलोसिटी नु पॉजिटिव ते डाउनवर्ड वाली नु नेगेटिव कह दियो। ये मान u मैं पॉजिटिव लेता ते v मैं नेगेटिव, फिर मेरा ये -2v आ जाऊ, ठीक है। जे मैं अपवर्ड नु नेगेटिव ते डाउनवर्ड नु पॉजिटिव करा मेरा +2v आ जाऊ। माइनस और प्लस मेरे को सिर्फ डायरेक्शन इंडिकेट करेगा,
ਅਦਰਵਾਈਜ਼ ਉਹ ਮੈਗਨੀਟਿਊਡ ਨੂੰ ਇਫੈਕਟ ਨਹੀਂ ਕਰੇਗਾ। ਕਲੀਅਰ ਹੈ ਗੱਲ? यस सर। चलो हाँ जी, ਹੁਣ ਜਲਦੀ ਜਲਦੀ ਨੈਕਸਟ ਇੱਕ ਹੋਰ ਸੀਗਾ ਸਟੇਟਮੈਂਟ ਲਿਖਿਓ ਤੁਹਾਡੇ ਕੋਲ, ਜਲਦੀ ਮਾੜੀ ਜਿਹੀ ਮੈਨੂੰ ਸਟੇਟਮੈਂਟ ਦਾ ਸਟਾਰਟ ਬੋਲ ਦਿਓ ਕੀ ਸੀਗਾ। A train is moving along a horizontal track. A pendulum suspended from the roof. ओके पढ़ो जल्दी जल्दी स्टेटमेंट पढ़ो। बिल्कुल सौखा या न्यूमेरिकल है। कोने क्वेश्चन जे क्या है अपने को, ट्रेन इज मूविंग अलोंग ए हॉरिजॉन्टल ट्रैक, a pendulum suspended from the roof makes an angle of 45 degree with the vertical if g the value 10 meter per second square given, what is the acceleration of the train। ਉਹਨੇ ਆਪਣੇ ਕੁਐਸਚਨ ਕਿਤੇ ਜੇ ਫਿਗਰ ਵਾਈਜ਼ ਬਣਾਈਏ ਤਾਂ ਉਹਨੇ ਆ ਗੱਲ ਕਹੀ ਆ ਕਿ ਜਿਹੜੀ ਟ੍ਰੇਨ ਮੇਰੇ ਕੋਲ ਐਸਾ ਚ ਮੂਵ ਕਰਦੀ ਪਈ ਆ, ਠੀਕ ਹੈ, ਜਿਹੜੀ ਟ੍ਰੇਨ ਤੁਹਾਡੇ ਕੋਲ ਮੂਵ ਕਰਦੀ ਪਈ, ਇਸ ਟ੍ਰੇਨ ਦੇ ਉੱਤੇ ਫਾਰਵਰਡ ਐਕਸਲਰੇਸ਼ਨ ਦੱਸਣੀ ਕਿੰਨੀ ਆਏਗੀ, ਠੀਕ ਹੈ। ਔਰ ਇਹਦੇ ਨਾਲ ਉਹਨੇ ਕਿਹਾ ਜੀ ਐਸਾ ਚ ਇਹਦੇ ਰੂਪ ਨਾਲ ਇੱਕ ਪੈਂਡਲਮ ਅਸੀਂ ਸਸਪੈਂਡ ਕੀਤਾ ਹੋਇਆ, ਤੇ ਪੈਂਡਲਮ ਨੇ ਐਸਾ ਚ ਆਪਣੀ ਵਰਟੀਕਲ ਪੋਜੀਸ਼ਨ ਦੇ ਨਾਲ ਇਸ ਇਨਸਟੈਂਟ ਤੇ ਆ 45 ਡਿਗਰੀ ਐਂਗਲ ਬਣਾਇਆ ਵਾ। क्या ਇੰਨੀ ਗੱਲ ਸਮਝ ਆਈ ਪਹਿਲਾਂ? यस सर। स्टेटमेंट दोबारा बोल रहे हैं, एक बार दोबारा सुन लो। क्वेश्चन जो ने क्या सी, ट्रेन इज मूविंग अलोंग द हॉरिजॉन्टल ट्रैक, अपनी ट्रेन हॉरिजॉन्टल ट्रैक च ਆਪਾਂ ਦਿਖਾ ਲਾਂਗੇ। पेंडुलम सस्पेंडेड फ्रॉम द रूफ मेक्स एन एंगल, पेंडुलम ਤੇ ਜੋ ਸਸਪੈਂਡ ਕਰ ਲਿਆ वर्टिकल कंडीशन ਚ, ਜਦੋਂ ਇਹ ਸਿਸਟਮ ਫਾਰਵਰਡ ਮੂਵ ਕੀਤਾ ਤੇ ਉਹਨੇ ਕਿਹਾ ਜੀ ਪੈਂਡੁਲਮ ਆਪਣੀ ਪੋਜੀਸ਼ਨ ਤੋਂ 45 ਡਿਗਰੀ ਦਾ ਐਂਗਲ ਤੇ ਇਨਕਲਾਈਨ ਹੋ ਗਿਆ। ਇਸ ਇਨਸਟੈਂਟ ਤੇ ਉਹਨੇ ਪੁੱਛਿਆ ਤੁਹਾਡੇ ਕੋਲ ਕਹਿੰਦਾ ਜੀ ਐਕਸਲਰੇਸ਼ਨ ਆਫ ਦਾ ਟ੍ਰੇਨ ਕਿੰਨੀ ਹੋਏਗੀ। ਕਿੱਦਾਂ ਕੱਢਾਂਗੇ ਬੇਟਾ ਕੁਐਸਚਨ ਨੂੰ, ਕਿੱਦਾਂ ਸੋਲਵ ਕਰੀਏ? Sir, A by G is equal to tan 45 degree. ਦੁਬਾਰਾ ਬੋਲੋ। A by G is equal to tan 45 degree. ਇਹ ਕਿਹੜਾ ਫਾਰਮੂਲਾ? Sir, equilibrium ना। हाँ बिल्कुल ठीक है, बिल्कुल ठीक है जी। किसी होर दे दिमाग च कुछ होवे बोलो पहलो। सर 45 डिग्री एंगल दूसरे पासे नहीं बनाऊगा? हाँ जी 45 डिग्री एंगल वर्टिकल दूसरे पासे नहीं बनेगा? वर्टिकल दे नाल होने क्या ना, जे पेंडुलम आ मेरे को ऐसे च वर्टिकल कंडीशन ज पेंडुलम आ ते पेंडुलम अपनी इस पोजीशन तो जो तो डिस्प्लेस होया ते आ वर्टिकल लाइन नाल ही 45 बनू। जे मैं ऊपरली लाइन ना गिना वो मेरा हॉरिजॉन्टल, नो डाउट इस वेले 45 है तो दोनों पासे बराबर है। जे मैंने ऐसा च 10 डिग्री विद वर्टिकल कवे फिर आ 10 डिग्री आ थोड़ा 10 लवांगे। नहीं सर दूसरी साइड किधर इधर नु? हाँ जी सर। ਆਪਾਂ ਇਧਰ ਨੂੰ ਬਣਾਵਾਂਗੇ, ਕਿਉਂ ਬੰਨਾ ਤੇ ਇਧਰ ਵੀ ਆ, ਪਰ ਆਪਣੀ ਟ੍ਰੇਨ ਫਾਰਵਰਡ ਤੇ ਐਕਸਲਰੇਟ ਕਰਦੀ ਪਈ ਆ ਤਾਂ ਅਸੀਂ ਉਹਦੀ ਮੋਸ਼ਨ ਵੀ ਤਾਂ ਪੈਂਡੂਲਮ ਦੀ ਫਾਰਵਰਡ ਹੀ ਦਿਖਾਵਾਂਗੇ, ਅਦਰਵਾਈਜ਼ ਤਾਂ ਪੈਂਡੂਲਮ ਆਸੀਲੇਟ ਹੀ ਕਰੇਗਾ। ਉਹਨੇ ਕਿਹਾ ਕਿ ਜਦੋਂ ਪੈਂਡੂਲਮ ਆਪਣੀ ਪੋਜੀਸ਼ਨ ਤੋਂ 45 ਡਿਗਰੀ ਇਨਕਲਾਈਨ ਹੋਇਆ ਤੇ ਉਸ ਮੂਵਮੈਂਟ ਤੇ ਉਹਦੀ ਐਕਸਲਰੇਸ਼ਨ ਕੱਢ ਦਿਓ। ਠੀਕ ਹੈ? यस सर। ਹਾਂਜੀ ਇਹਨੂੰ ਬਤ ਐਸਾ ਚ ਜਿਹੜਾ ਰੂਪਿਕਾ ਨੇ ਬੋਲਿਆ ਉਹ ਡਾਇਰੈਕਟ ਫਾਰਮੂਲਾ ਲੱਗ ਸਕਦਾ, ਅਦਰਵਾਈਜ਼ ਜੇ ਉਹ ਫਾਰਮੂਲਾ ਸੋਚੀਏ ਬਣਿਆ ਕਿੱਥੋਂ ਆ ਤੇ ਬੇਟਾ ਉਹਦੀ ਕੰਡੀਸ਼ਨ ਬਣਾਉਣ ਵਾਸਤੇ ਕੀ ਕਰੋ, ਇਸ ਪੈਂਡੂਲਮ ਤੇ ਜਿਹੜੀਆਂ ਡਿਫਰੈਂਟ ਫੋਰਸਸ ਨੇ ਉਹ ਸ਼ੋ ਆਫ ਕਰ ਲਓ। ਆਪਾਂ ਜੇ ਇਹਦੀ ਫਿਗਰ ਨੂੰ ਆ ਕੱਢ ਲਈਏ ਕਿ ਵੀ ਆਪਣੇ ਕੋਲ ਐਸਾ ਚ ਇਸ ਮੂਵਮੈਂਟ ਤੇ ਪੈਂਡੂਲਮ ਜਦੋਂ ਆ ਪੋਜੀਸ਼ਨ ਤੇ ਆਏਗਾ, ਠੀਕ ਹੈ, ਇਸ ਵੇਲੇ ਆਸੀਲੇਟ ਕਰਦਾ ਹੋਇਆ ਤੇ ਇਸ ਵੇਲੇ ਇੱਕ ਤੇ ਇਹਦੇ ਡਾਊਨਵਰਡ ਫੋਰਸ ਇਹਦੇ ਵੇਟ ਕਰਕੇ ਆ ਗਈ, ਇੱਕ ਤੇ ਡਾਊਨਵਰਡ ਫੋਰਸ ਇਹਦੇ ਵੇਟ ਕਰਕੇ ਆ ਗਈ। ਇੱਕ ਟ੍ਰੇਨ ਜੇ ਫਾਰਵਰਡ ਐਕਸਲਰੇਟ ਕਰਦੀ ਪਈ ਆ ਤੇ ਟ੍ਰੇਨ ਦੀ ਜਿੰਨੀ ਐਕਸਲਰੇਸ਼ਨ ਉਹ ਪੈਂਡੂਲਮ ਬਲੌਕ 'ਚ ਵੀ ਹੈਗੀ ਆ, ਯਾਨੀ ਇੱਕ ਹੌਰੀਜ਼ੌਂਟਲ ਫੋਰਸ ਲੱਗ ਗਈ, ਇੱਕ ਸਟ੍ਰਿੰਗ ਦੇ ਅੰਦਰ ਟੈਂਸ਼ਨ ਆ ਗਈ, ਇੱਥੇ ਐਂਗਲ ਮੇਰਾ ਥੀਟਾ ਆ ਗਿਆ। ਕੀ ਆ ਫਿਗਰ ਕਲੀਅਰ? ਯੈਸ ਸਰ। ਹੁਣ ਇੱਥੇ ਜੇ ਨੂੰ ਆਪਾਂ t ਨੂੰ ਸਪਲਿਟ ਕਰ ਦਈਏ, ਹਨਾ, t ਦੀ ਸਪਲਿਟਿੰਗ ਕਰ ਦਈਏ ਤੇ ਆ ਐਂਗਲ ਮੇਰੇ ਕੋਲ ਥੀਟਾ ਹੀ ਡਿਫਾਈਨਡ ਹੋ ਜੂ ਤੇ ਇਹਦੇ ਬਿਹਾਫ ਤੇ ਇਧਰ ਕੰਪੋਨੈਂਟ ਦਾ t cos ਥੀਟਾ ਆ ਜਾਏਗਾ ਔਰ ਇਸ ਡਾਇਰੈਕਸ਼ਨ 'ਚ ਦਾ ਕੰਪੋਨੈਂਟ t sin ਥੀਟਾ। ਤੇ ਇਸ ਵੇਲੇ ਤੁਹਾਡਾ ਪੈਂਡੂਲਮ ਦਾ ਬਲੌਕ ਜਿਹੜਾ ਉਹ ਇਕੁਇਲਿਬ੍ਰੀਅਮ 'ਚ ਆ ਤੇ ਇਸ ਇਨਸਟੈਂਟ ਤੇ ਹੌਰੀਜ਼ੌਂਟਲ ਨਾਲ ਹੌਰੀਜ਼ੌਂਟਲ ਤੇ ਵਰਟੀਕਲ ਨਾਲ ਵਰਟੀਕਲ ਫੋਰਸ ਇਕੁਏਟ ਹੋ ਸਕਦੀ ਹੈ। ਅਦਰਵਾਈਜ਼ tan ਥੀਟਾ ਦਾ ਸਿੱਧਾ ਫਾਰਮੂਲਾ ਲਗਾ ਸਕਦੇ ਹੋ, ਠੀਕ ਹੈ ਜੀ, ਬੇਸ਼ੱਕ। ਠੀਕ ਹੈ, ਆ ਲਾਈਨ ਇਦਾਂ ਹੀ ਖਿੱਚ ਲਵਾਂ ਤੇ ਇਸ ਮੂਵਮੈਂਟ ਤੇ ਮੈਂ ਇਸ ਫਿਗਰ ਦੇ ਅੰਦਰ ਜੇ ਚੱਲਾਂ, इस फिगर के अंदर मूव करा ते आ एंगल दे सामने मेरा परपेंडिकुलर आ गया, ठीक है जी। आ मेरे को जी एस एच वेट दे पैरेलल लाइन आ मेरे को जी हैगी आ वेट दे पैरेलल लाइन आ गई,
ਇਹਦਾ ਮਤਲਬ ਮੇਰੇ ਕੋਲ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਤੇ ਬੇਸ, ਠੀਕ ਹੈ, ਪਰਪੈਂਡੀਕੂਲਰ ਤੇ F ਹੈਗਾ, ਬੇਸ ਤੇ ਮੇਰੇ ਕੋਲ mg ਹੈਗਾ, ਯਾਨੀ ਆ ਦੋ ਫੋਰਸਸ ਨਾਲ tan ਥੀਟਾ ਬਣਾਇਆ ਜਾ ਸਕਦਾ। ਕੋਈ ਕੰਡੀਸ਼ਨ ਤੀਜੇ ਵੇ ਨਾ ਆਪਾਂ ਇਥੋਂ ਰੈਜ਼ੋਲੂਸ਼ਨ ਨਾਲ ਵੀ ਬਣਾ ਸਕਦੇ, ਤੇ ਰੈਜ਼ੋਲੂਸ਼ਨ ਨਾਲ ਕੰਡੀਸ਼ਨ ਆ ਬਣ ਜਿਹੜੀ ਬਣਾਉਂਦੇ ਪਏ, ਜੇ ਤੇ ਇਕੁਏਟ ਕਰੋ F equal to T sin थीटा और mg equal to T cos थीटा, ਤੇ ਜੇ ਨੈਕਸਟ ਲਾਈਨ ਚ ਇਹਨੂੰ ਦੋਨਾਂ ਡਿਵਾਈਡ ਕਰ ਲਾ ਆ ਅਨਨੋਨ ਵੇਰੀਏਬਲ ਨਿਕਲ ਜਾਣਾ, ਤੇ ਆਪਣੇ ਕੋਲ ਐਸ ਸੱਚ ਕੰਡੀਸ਼ਨ ਆ ਜਾਏਗੀ tan थीटा equal to F by mg। और ਜਿਹੜੀ F फोर्स फॉरवर्ड लगदी पई ये ट्रेन ਨੂੰ एक्सेलरेट करा रही है, ਤੇ ਇਹਦਾ ਮਤਲਬ ਇਹ ਹੋ ਜਾਏਗਾ F ਦੀ ਥਾਂ ਤੇ ਮੇਰੇ ਕੋਲ ਟਰਮ ਜਿਹੜੀ ਆ ਉਹ ma और ओवर mg, m ना m कैंसल आउट कर लो, ਤੇ ਆਪਣੇ ਕੋਲ ਰਿਜ਼ਲਟ ਇਹ ਆ ਜਾਏਗਾ tan 45 equal to a by g, ਤੇ देयरफॉर अपना a ਦੀ ਵੈਲਿਊ g tan 45 ਆ ਗਈ। ਯਾਨੀ ਆ ਤੁਹਾਡੇ ਕੋਲ a ਦੀ ਵੈਲਿਊ ਬਣਨੀ, ਕਿਆ ਇਹਨਾਂ ਸਮਝ ਆਇਆ? यस सर। ਜਿਹੜਾ ਰੂਪਿਕਾ ਨੇ ਉਹ ਆ ਸਿੱਧਾ ਫਾਰਮੂਲਾ ਵਾ, ਠੀਕ ਹੈ। ਬੇਸ਼ੱਕ ਇਸ ਕੇਸ ਦੇ ਅੰਦਰ ਤੁਸੀਂ ਸਿੱਧਾ ਵੀ ਯਾਦ ਰੱਖ ਸਕਦੇ ਹੋ ਕਿ tan ਥੀਟਾ a by g ਬਣਨਾ, ਅਦਰਵਾਈਜ਼ ਜੇ ਸੋਲਵ ਕਰਨਾ ਹੋਵੇ ਤੇ ਆਪਣੇ ਨੂੰ ਸੋਲਵ ਕਰਨ ਲਈ ਇਸ ਫਿਗਰ ਤੇ ਰੈਜ਼ੋਲੂਸ਼ਨ ਅਪਲਾਈ ਕਰ ਦਿਓ। ਕਿਆ ਇੰਨਾ ਕਲੀਅਰ ਆ यस ਬੇਟੇ? ਸਾਰਿਆਂ ਨੂੰ ਕਲੀਅਰ ਇੰਨੀ ਚੀਜ਼? यस सर। ਚਲੋ ਹੁਣ ਜਲਦੀ ਜਲਦੀ ਸ਼ੀਟ ਦੇ ਵਿੱਚੋਂ ਨੈਕਸਟ ਨੂਮੈਰੀਕਲ ਪੜੋ ਜੀ। ਆਪਣਾ ਲਾਸਟ ਹੋਇਆ ਸੀ ਨੂਮੈਰੀਕਲ ਸ਼ੀਟ ਵਾਲਾ ਜਿਹੜਾ 21st ਨੂਮੈਰੀਕਲ ਦੀ ਸਟੇਟਮੈਂਟ ਪੜੋ ਬੇਟਾ। सर ए किहदे इक्वल है g tan ਦੇ ਅੱਗੇ ਕੀ ਲਿਖਿਆ? g tan 45। ओके 20 ਕਿਹੜੀ ਗਈ ਸਟੇਟਮੈਂਟ ਤੁਹਾਨੂੰ? 20th ਹੋ ਗਿਆ ਸੀ, 21st ਦੀ ਸਟੇਟਮੈਂਟ ਪੜ੍ਹ ਲਓ ਬੇਟਾ ਜਲਦੀ ਜਲਦੀ। करा बच्चे शुरू? चलो थोड़ा स्पीड ना करिए बेटा, न्यूमेरिकल बहुत घट होए। 21st सेगा ਤੁਹਾਡਾ सी गिवन फिगर ए, फिगर ਤੁਹਾਡੇ ਕੋਲ गिवन ਆ, बैक साइड ਦੇ ਉੱਤੇ फिगर ਹੈਗੀ ਆ, फिगर फिर मैं ही बना रहा हूं तो थोड़ा मिसप्रिंट है, ठीक है। ਉਹਨੇ क्वेश्चन ਦੇ ਆਪਾਂ ਨੇ ਕਿਹਾ ਵਾ 21st ਦੇ ਅੰਦਰ ਇਹਦਾ गिवन फिगर और फिगर ਦੇ ਅੰਦਰ ਆਪਣੇ ਕੋਲ ਇੱਕ ਰਿਜਿਡ ਸਪੋਰਟ गिवन ਆ, ਉਸ ਰਿਜਿਡ ਸਪੋਰਟ ਦੇ ਨਾਲ ਉਹਨੇ ਤੁਹਾਨੂੰ ਇਹਨਾਂ ਕਿਹਾ एक बार स्टेटमेंट बोल रहे हैं, स्टेटमेंट पहले पढ़ लीजिए। C given figure A, mass of 6 kilogram is suspended by a rope of length 2 meter from the ceiling। आ सीलिंग होगी, ये तो नहीं कहती 2 मीटर लेंथ दी रोप हैगी आ जिन्ना तुसी ऐसा एक ब्लॉक अटैच कर रहे हो 6 किलोग्राम दा। अगे उन्हें क्या, a force of 50 न्यूटन in horizontal direction is applied to the midpoint P of the rope। बेटे स्टेटमेंट पहले पढ़ लांगे, फिर फिगर थोड़ी समय लग जाएगी। यानी आज मैं ऐसा चेता लेके चलना ते इना एक ब्लॉक अटैच कीता उन्हें, ठीक है, जिहदा मास में कोलों निकला जी 6 किलोग्राम और स्ट्रिंग दी लेंथ गिवन है 2 मीटर। और सेकंड सेंटेंस के अंदर उन्हें डिफाइन किया कि ਇਹਦੇ ਤੇ ਤੁਸੀਂ ਇੱਕ फोर्स अप्लाई करदे पए हो 50 न्यूटन, ठीक है, एट द मिड पॉइंट P ऑफ द रूट। यानी इस पॉइंट ਦੇ ਉੱਤੇ ਮੈਂ ਇੱਥੇ फोर्स लगाऊंगा ਤੇ ਜਦੋਂ ਮੈਂ ਇਸ पॉइंट ਤੇ फोर्स लगाऊंगा ਤੇ अल्टीमेट ਕੀ ਹੋਣਾ, ਆ फोर्स ਜਦੋਂ ਇਸ डायरेक्शन ਚ अप्लाई ਕੀਤੀ ਤੇ ਆ ਮੇਰੀ ਸਟ੍ਰਿੰਗ ਜਿਹੜੀ ਆ ਇਹ ਵਰਟੀਕਲ ਦੀ ਥਾਂ ਤੇ ਹਨਾ, ਇਹਦੀ ਨਵੀਂ ਕੰਡੀਸ਼ਨ ਜਿਹੜੀ ਹੋਏਗੀ, ਇਹਦੀ ਨਵੀਂ ਕੰਡੀਸ਼ਨ ਜਿਹੜੀ ਮੇਰੇ ਕੋਲ ਹੋਏਗੀ, ਆ ਪੋਰਸ਼ਨ ਜਿਹੜਾ ਇਥੋਂ ਜਦੋਂ ਮੈਂ ਇਹਨੂੰ ਐਸਾ ਚ ਖਿੱਚਣਾ ਵਾ, ਉਹਨੇ ਜੀ ਆ ਪੋਰਸ਼ਨ ਦੇ ਖਿੱਚਣ ਤੇ ਆ ਜਿਹੜੀ ਰੱਸੀ ਦਾ ਆ ਸਟ੍ਰਿੰਗ ਦਾ ਪਾਰਟ ਹੋਏਗਾ ਇਹ ਮੇਰਾ ਐਸਾ ਚ ਇਹਦਾ ਇਨਕਲਾਈਨਡ ਆ ਜਾਣਾ, ਠੀਕ ਹੈ। ਮਿਡ ਪੁਆਇੰਟ ਤੋਂ ਇਹਦੇ ਨਾਲ ਮਿਡ ਪੁਆਇੰਟ ਤੋਂ ਥੱਲੜਾ ਵਾਲਾ ਪੋਰਸ਼ਨ ਜਿਹੜਾ ਕਿ ਮੇਰੇ ਕੋਲ ਵਰਟੀਕਲ ਹੈਗਾ, ਠੀਕ ਹੈ। ਆ ਮੇਰੇ ਕੋਲ ਇੱਕ ਪੋਰਸ਼ਨ ਵਰਟੀਕਲ ਆ ਗਿਆ, ਇਹਦੀ ਲੈਂਥ 1 मीटर, ਇਹਦੀ ਲੈਂਥ ਵੀ 1 मीटर और इस पॉइंट ਦੇ ਉੱਤੇ ਤੁਸੀਂ हॉरिजॉन्टल फोर्स लगाई ਆ 50 न्यूटन। यानी फिगर मेरी आ वर्टिकल तो आ वाली कंडीशन ਚ मॉडिफाई हो जू। क्या इतना समय लग गया? यस सर। यस सर।
अपनी उन्हें बैठ दो तो सिर्फ आ फिगर गिवन है बट एक्चुअल फिगर आ होएगी वर्टिकल सस्पेंशन वाली और हॉरिजॉन्टल ਆਪਾਂ फोर्स अप्लाई करके थोड़ी फिगर इच कन्वर्ट होगी ਹੁਣ ਉਹਨੇ क्या किया नेक्स्ट लाइन चने ਆਪਾਂ ਨੂੰ डिफाइन ਕਰੇ ਕੀਤਾ ਕਹਿੰਦਾ ਜੀ ਐਸ ਸੱਚ ਤੁਹਾਡੇ ਕੋਲ व्हाट इज द एंगल द रोप मेक्स विद द वर्टिकल इन इक्विलिब्रियम आ इक्विलिब्रियम पोजीशन ਜਦੋਂ आई ਜਦੋਂ ਇਹਨੂੰ ਮੈਂ ਇੰਨਾ ਖਿੱਚ ਲਿਆ ਤੇ ਇਸ ਮੂਵਮੈਂਟ ਤੇ ਇਹਨੇ ਆ ਵਰਟੀਕਲ ਲਾਈਨ ਦੇ ਨਾਲ ਇੱਥੇ ਐਂਗਲ ਕਿੰਨਾ ਸਸਪੈਂਡ ਕੀਤਾ ਆ ਐਂਗਲ ਥੀਟਾ ਫਾਈਂਡ ਆਊਟ ਕਰੋ ਤੇ ਪੁੱਤ ਜਦੋਂ ਆ ਕੰਡੀਸ਼ਨ ਸੀਗੀ ਕਿ ਇਕੁਇਲਿਬ੍ਰੀਅਮ ਦੇ ਅੰਦਰ ਇਸ ਵੇਲੇ ਜਿਹੜਾ ਇਹਦਾ weight ਹੋਏਗਾ mg ਤੇ ਜਿਹੜੀ ਸਟ੍ਰਿੰਗ 'ਚ ਟੈਂਸ਼ਨ ਆ ਇਹ ਬੈਲੈਂਸ ਆ ਯਾਨੀ ਜੇ ਆ ਫਿਗਰ ਹੁੰਦੀ ਤੇ ਫਿਰ weight ਮੇਰਾ ਟੈਂਸ਼ਨ ਆ ਬੈਲੈਂਸ ਹੈਗਾ ਤੇ ਨੈਟ ਫੋਰਸ 0 ਸੀਗੀ ਤੇ ਫਿਰ ਤਾਂ ਇੱਥੇ ਆਪਣਾ w mg t ਦੇ ਬਰਾਬਰ ਆ ਗਿਆ है ना और ਇਹਦੇ ਅੰਦਰ ਐਂਗਲ ਦੀ ਕੋਈ ਕੰਡੀਸ਼ਨ ਨਹੀਂ ਰਹੇਗੀ ਹੁਣ ਉਹਨੇ ਆਪਣੇ ਕੁਐਸਚਨ 'ਚ ਇਹ ਕਿਹਾ ਵਾ ਕਿ ਇਸ ਮੂਵਮੈਂਟ ਤੇ ਜਦੋਂ ਹੌਰੀਜ਼ੌਂਟਲ ਡਾਇਰੈਕਸ਼ਨ 'ਚ ਫੋਰਸ ਲਗਾਈ 50 ਨਿਊਟਨ ਤੇ ਸਟ੍ਰਿੰਗ ਮੇਰੀ ਦੇ ਦੋ ਪਾਰਟ ਬਣ ਗਏ ਸਟ੍ਰਿੰਗ ਮੇਰੀ ਦੇ ਦੋ ਪਾਰਟ ਆ ਗਏ ਇੱਕ AB ਪੋਰਸ਼ਨ ਤੇ ਇੱਕ BC ਪੋਰਸ਼ਨ ਲੈਂਥ ਵਾਈਜ਼ ਦੋਨੋਂ ਸੇਮ ਆ ਠੀਕ ਹੈ ਪਰ ਇੱਥੇ ਜਿਹੜਾ weight ਆ ਯਾਨੀ ਜਿਹੜਾ ਇਸ ਸਟ੍ਰਿੰਗ ਦੇ ਪੋਰਸ਼ਨ 'ਚ ਮੇਰੇ ਕੋਲ ਫੋਰਸ ਹੋਏਗੀ ਜਿਹੜੀ ਸਟ੍ਰੈਸ ਆਏਗੀ ਜਿਹੜੀ ਟੈਂਸ਼ਨ ਬਣੇਗੀ ਇਹਦੇ ਲਈ ਜਿਹੜਾ ਇੱਥੇ weight ਆ W mg ਤੇ ਆ ਸਟ੍ਰਿੰਗ 'ਚ ਇਹਦੀ ਜਿਹੜੀ ਟੈਂਸ਼ਨ ਆ ਗਈ T1 ਕਿਉਂਕਿ ਇਸ ਪੁਆਇੰਟ ਤੇ ਫੋਰਸ ਲਗਾ ਕੇ ਤੁਹਾਡੇ ਸਟ੍ਰਿੰਗ ਦੇ ਦੋ ਡਿਫਰੈਂਟ ਪੋਰਸ਼ਨ ਬਣ ਗਏ ਇਸ ਲਈ ਸਟ੍ਰਿੰਗ ਦੇ ਦੋਨਾਂ ਪੋਰਸ਼ਨ ਦੇ ਅੰਦਰ ਟੈਂਸ਼ਨ ਡਿਫਰੈਂਟ ਆ ਜਾਏਗੀ क्या ਇੰਨੀ ਗੱਲ ਸਮਝ ਲੱਗ ਰਹੀ यस सर Yes, sir. ਇਸ जी सर ਜਿਹੜੇ ਪੁਆਇੰਟ ਤੇ ਤੁਸੀਂ ਬੇਟਾ ਫੋਰਸ ਲਗਾਈ ਆ ਇੱਕ ਟੈਂਸ਼ਨ ਮੇਰੇ ਕੋਲ ਇੱਥੇ ਬਣਦੀ ਪਈ T1 ਇਸ ਪੋਰਸ਼ਨ ਦੇ ਅੰਦਰ ਜਿਹੜੀ ਕਿ ਐਕਸ਼ਨ ਰਿਐਕਸ਼ਨ ਦੇ ਪੇਅਰ ਦੀ ਫਾਰਮ ਚ ਆ ਜੂ ਠੀਕ ਹੈ ਤੇ ਦੂਜੀ ਟੈਂਸ਼ਨ ਮੇਰੇ ਕੋਲ ਸਟ੍ਰਿੰਗ ਦੇ ਇਸ ਪੋਰਸ਼ਨ ਚ ਬਣੇਗੀ ਤੇ ਜਿਹੜੀ ਇਸ ਪੋਰਸ਼ਨ ਚ ਟੈਂਸ਼ਨ ਮੇਰੇ ਕੋਲ ਬਿਲਡ ਅਪ ਹੋਏਗੀ ਉਹਨੂੰ ਆਪਾਂ ਸਿੰਬਲ ਜਿਹੜਾ SHT2 ਦੇ ਦਿੰਨੇ क्या आप फिगर का पोर्शन क्लियर है हाँ जी Sir, सर last line repeat करियो. बच्चे मैंने ने इतना किया कि जो ਤੁਸੀਂ SH इस पॉइंट ਤੇ हॉरिजॉन्टल डायरेक्शन ਚ ਫੋਰਸ ਲਗਾਈ ਨਾ ਤੇ ਇਹਨੇ ਸਟ੍ਰਿੰਗ ਦੇ ਦੋ ਡਿਫਰੈਂਟ ਸੈਗਮੈਂਟ ਬਣਾ ਦਿੱਤੇ ਆ weight ਇਸ ਪੋਰਸ਼ਨ ਨਾਲ ਡਾਇਰੈਕਟ ਕੰਟੈਕਟ ਚ ਆ ਗਿਆ ਤੇ ਆ ਮੇਰੀ ਸਟ੍ਰਿੰਗ ਜਿਹੜੀ ਇਹਦੇ ਨਾਲ weight ਨਾਲ ਇਨਡਾਇਰੈਕਟ ਕੰਟੈਕਟ ਚ ਇਸ ਲਈ ਦੋਨਾਂ ਪੋਰਸ਼ਨ ਦੇ ਅੰਦਰ ਟੈਂਸ਼ਨ ਵੀ ਡਿਫਰੈਂਟ ਆਊਗੀ Yes, sir. और हॉरिजॉन्टल फोर्स ਜਿਹੜੀ ਸੀ ਅਪਲਾਈ ਕੀਤੀ ਹੋਈ ਉਹ 50 ਨਿਊਟਨ ਆ ਹੁਣ ਇਹਦੇ ਅਕੋਰਡਿੰਗਲੀ ਤੁਸੀਂ ਥੀਟਾ ਕੱਢਣਾ ਵਾ ਕਿ ਵੀ ਮੇਰੇ ਕੋਲ ਥੀਟਾ ਕਿੰਨਾ ਬਣੇ ਉਤੇ ਟੈਂਸ਼ਨ ਦੀ ਜਿਹੜੀ ਡਾਇਰੈਕਸ਼ਨ ਆ ਬੱਚੇ ਹਮੇਸ਼ਾ ਜਿਹੜੇ ਵੀ ਰਿਜਿਡ ਐਂਡ ਨੇ ਜਿੱਥੇ ਵੀ ਪੁਆਇੰਟ ਆਫ ਕੰਟੈਕਟ ਆਂਦਾ ਉਹ ਅਸੀਂ ਹਮੇਸ਼ਾ ਉਸ ਪੁਆਇੰਟ ਤੋਂ ਡਾਇਰੈਕਸ਼ਨ ਦੇਣੀ ਹੁੰਦੀ ਹੈ ਇਸ ਲਈ ਜੇ ਇਸ A ਪੁਆਇੰਟ ਦੇ ਉੱਤੇ ਆ B ਪੁਆਇੰਟ ਨੂੰ ਥੱਲੇ ਨੂੰ ਖਿੱਚ ਪਾਉਂਦਾ ਪਿਆ है ना ਤੇ B ਪੁਆਇੰਟ ਤੇ ਰਿਐਕਸ਼ਨ ਬਣ ਕੇ ਜਿਹੜੀ ਟੈਂਸ਼ਨ ਆ ਉਹ ਅਪਵਰਡ ਲੱਗੇਗੀ ਇਸ ਲਈ ਇਸ ਕੇਸ ਦੇ ਅੰਦਰ ਟੈਂਸ਼ਨ ਠੀਕ ਹੈ ਉਹ ਆਪਸ ਤੇ ਇਕੁਅਲ ਆ ਪਰ ਉਹ ਟੈਂਸ਼ਨ ਦੀ ਵੈਲਿਊ ਜਿਹੜੀ ਹੋਏਗੀ ਇਹਦੇ ਨਾਲ એનર્ਜੀ ਡਿਫਰ ਕਰਦੀ ਗੁਰਲੀਨ ਕਲੀਅਰ ਆ हाँ जी सर ਹੁਣ ਆਪਣੇ ਕੁਐਸਚਨ ਤੁਸੀਂ ਜੋ ਫਾਈਂਡ ਆਊਟ ਕਰਨਾ ਉਹ ਥੀਟਾ ਵਾ ਬੇਟਾ ਤੇ ਥੀਟਾ ਨੂੰ ਸੋਲਵ ਕਰਨੀ ਕਿਹੜੇ ਵੇ ਨਾਲ ਸੋਲਵ ਕਰੀਏ ਇਹ ਬੋਲੋ ਜੀ ਹੁਣ ਤੁਸੀਂ ਉਹ ਨਿਆਣਿਓ ਕਿੱਦਾਂ ਸੋਲਵ ਕਰੀਏ ਬੇਟਾ ਇਹਨੂੰ ਜੇ ਮੈਂ ਇੰਨਾ ਪੋਰਸ਼ਨ ਲੈ ਕੇ ਚੱਲਾਂ ਜੇ ਇੰਨਾ ਪੋਰਸ਼ਨ ਕਿਤੇ ਲੈ ਕੇ ਚੱਲੀਏ ਕੌਣ ਕਿੰਨਾ ਬੈਲੈਂਸ ਆ क्या आप डाउनवर्ड या अपवर्ड एक्सेलरेट करता पिया No, sir. No, sir. ਤੇ ਜੇ ਨਹੀਂ ਕਰ ਰਿਹਾ ਤੇ ਇਹਦਾ ਮਤਲਬ ਅਪਵਰਡ ਤੇ ਡਾਊਨਵਰਡ ਫੋਰਸਿਸ ਆਪਸ ਵਿੱਚ ਇਕੁਅਲ ਹੋਣਗੀਆਂ यस Yes, sir. Yes, sir. ਫੋਰਸਿਸ ਵਾਸਤੇ ਲਿਖੀਏ ਤੇ T1 mg ਆਜੂ ਪੁੱਤ यस सर ਇਹਦਾ ਮਤਲਬ ਮਾਸ ਇਹਦਾ g ਦੀ ਵੈਲਿਊ 10 ਲੈ ਲਵਾਂ ਤੇ ਇਹਦਾ ਮਤਲਬ ਮੇਰੇ ਕੋਲ 6 * 10 ਯਾਨੀ 60 ਨਿਊਟਨ ਦੀ ਟੈਂਸ਼ਨ T1 ਬਣ ਗਈ ਯਾਨੀ ਆਪਣਾ ਇੱਕ ਵੇਰੀਏਬਲ T1 ਆ ਗਿਆ ਹੁਣ ਜੇ ਮੈਂ ਆਹ ਪੁਆਇੰਟ ਤੇ ਆਵਾਂ ਇਸ ਪੁਆਇੰਟ ਦੇ ਉੱਤੇ ਜੇ ਮੈਂ ਫੋਰਸਿਸ ਲੈ ਕੇ ਚੱਲਾਂ ਤੇ ਇੰਨੇ ਪੋਰਸ਼ਨ ਦੇ ਵਿੱਚ ਮੇਰੇ ਕੋਲ ਫੋਰਸ ਕਿਹੜੀ ਆ ਇੱਕ ਆਪਣੇ ਕੋਲ ਆ ਇਨਕਲਾਈਨਡ ਆ ਗਈ ਠੀਕ ਹੈ ਜੀ ਜਿਹਦੀ ਵੈਲਿਊ ਆਪਣੇ ਕੋਲ T2 ਗਿਵਨ ਆ ਇੱਕ ਇਸ ਪੁਆਇੰਟ ਤੇ ਮੇਰੇ ਕੋਲ ਜਿਹੜੀ ਟੈਂਸ਼ਨ T1 ਆ ਗਈ ਜਿਹੜੀ ਡਾਊਨਵਰਡ ਗਿਵਨ ਆ ठीक है एक मेरे को इसे पॉइंट पे फोर्स फॉरवर्ड आ गई जेडी कि मेरी 50 न्यूटन गिवन ठीक है और आ था ते मेरे को जेड़ा एसएचओ ने कहा जी जेड़ा मेरे को थीटा गिवन है क्या आप फिगर क्लियर
yes sir ਉਹ ਕਰਨਾ ਤਾਂ ਇੱਕ ਈਜ਼ੀਅਰ ਮੈਥਡ ਇਹ ਹੋਏਗਾ ਆ T2 ਨੂੰ ਐਂਗਲ ਦੇ ਬੇਸ ਤੇ ਸਪਲਿਟ ਕਰ ਲਓ ਇਹਦਾ ਇਸ ਸਾਈਡ ਨੂੰ ਕੰਪੋਨੈਂਟ ਲਿਖਾਂ ਤੇ ਮੇਰੇ ਕੋਲ T2 cos θ ਆ ਜਾਏਗਾ इस साइड में कंपोनेंट लिखा तो मेरे को T1 सॉरी T2 sin θ आ जाएगा और इस वेले आ पॉइंट जेड़ा B मेरे को हैगा ए इक्विलिब्रियम च ते कौन कितना बैलेंस हो गया जी T2 sin theta and T2 f F नाल कितना बैलेंस हो गया ठीक है और T2 cos θ मेरे को जेड़ा वो ऐसे T1 नाल और T1 भी हैगी है बेटा ਇਹਦਾ ਨਾਲ ਜੇ ਮੈਂ ਦੋਨਾਂ ਨੂੰ ਡਿਵਾਈਡ ਕਰ ਲਵਾਂ ਜੇ ਇਹਨਾਂ ਦੋਨਾਂ ਨੂੰ ਡਿਵਾਈਡ ਕਰ ਲਈਏ ਡਿਵਾਈਡ 1/2 ਤੇ T2 ਨਾਲ T2 ਕੈਨਸਲ ਹੋ ਜਾਣਾ sin cos tan ਆ ਜਾਣਾ ਯਾਨੀ tan θ π/6 ਠੀਕ ਹੈ tan θ ਦੀ ਵੈਲਿਊ ਆਪਣੇ ਕੋਲ 5/6 ਆ ਜਾਏਗੀ ਤੇ ਇਹਦਾ θ ਇਥੋਂ ਲਿਖ ਦਈਏ ਤੇ θ tan ਇਨਵਰਸ ਆਫ 5/6 ਆ ਮੇਰੇ ਕੋਲ ਐਂਗਲ ਦੀ ਵੈਲਿਊ ਬਣ ਗਈ ਕਲੀਅਰ ਹੈ yes sir क्या इतना समय लग गया बच्चे yes sir चलो जल्दी नेक्स्ट न्यूमेरिकल दी स्टेटमेंट पढ़ लो ओदी भी फिगर है कि मैं उधर जो फिगर बनाना तुसी स्टेटमेंट पढ़ो ओदी